ਤੁਸੀਂ ਵੇਖ ਰਹੇ ਹੋ ਜਗਬਾਣੀ ਟੀਵੀ। ਮੈਂ ਸੁਨੀਲ ਕੁਮਾਰ ਗੱਲ ਕਰਾਂਗੇ ਅੱਜ ਇਤਿਹਾਸ ਰਚਣ ਵਾਲੀ ਉਸ ਧੀ ਨਾਲ ਜਿਹਨੂੰ 골ਡ ਮੈਡਲ ਜਿੱਤਿਆ ਤੇ ਹੀਰਾ ਕੁਮਾਰੀ ਮੇਰੇ ਨਾਲ ਨੇ। ਹੀਰਾ ਜੀ ਬਹੁਤ-ਬਹੁਤ ਸਵਾਗਤ ਆ ਜਗਬਾਣੀ ਟੀਵੀ ਤੇ। ਧੰਨਵਾਦ ਜੀ। ਹੀਰਾ ਜਿਹੜਾ ਤੁਸੀਂ 골ਡ ਮੈਡਲ ਜਿੱਤਾ, ਤੁਸੀਂ ਇੰਟਰਨੈਸ਼ਨਲ ਪਲੇਅਰ ਹੋ, ਪਰ ਇਹ ਜਿਹੜੀ ਸੌਫਟ ਬੋਲ ਗੇਮ ਆ ਅਕਸਰ ਬਹੁਤ ਘੱਟ ਲੋਕਾਂ ਨੇ ਸੁਣਿਆ ਹੋਣਾ ਤੇ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਬਹੁਤ-ਬਹੁਤ ਮੁਬਾਰਕ ਹੋਵੇ। ਪੰਜਾਬ ਦੇ ਵਿੱਚ ਤੁਹਾਨੂੰ ਜਿੱਦਾਂ-ਜਿੱਦਾਂ ਲੋਕਾਂ ਨੂੰ ਪਤਾ ਲੱਗ ਰਿਹਾ ਤੇ ਲੋਕ ਅਕਸਰ ਕਹਿ ਰਹੇ ਨੇ ਕਿ ਕੁੜੀ ਨੇ ਧੱਕ ਪਾਤੀ ਆ ਪੂਰੀ। ਤੇ ਇਸ ਧੀ ਦਾ ਪੰਜਾਬ ਦੀ ਇਸ ਧੀ ਨੂੰ ਜਿਹੜਾ ਸਨਮਾਨ ਮਿਲਾ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਸਨਮਾਨ ਦਿੱਤਾ, 5 ਲੱਖ ਰੁਪਏ ਦਾ ਤੁਹਾਨੂੰ ਚੈੱਕ ਵੀ ਦਿੱਤਾ। ਤੇ ਕਿਵੇਂ ਕਦੋਂ ਹੋਈਆਂ ਇਹ ਖੇਡਾਂ ਤੇ ਕਿੱਥੇ ਹੋਈਆਂ ਜਿੱਥੇ ਇਹ 골ਡ ਮੈਡਲ ਮਿਲਿਆ? ਇਹ ਖੇਡਾਂ ਹੋਇਆ ਸੀਗਾ ਗੁਜਰਾਤ 'ਚ। ਨੈਸ਼ਨਲ ਗੇਮਸ ਇਹਨਾਂ ਦਾ ਇਸ ਦਾ ਨਾਂ ਸੀਗਾ ਤੇ ਉੱਥੇ ਇਹ ਟੀਮ ਗੇਮ ਹੈ ਸਾਡੀ ਸੌਫਟਬੋਲ। ਤੇ ਸੌਫਟਬੋਲ ਨੂੰ ਪਹਿਲੀ ਵਾਰ ਇੱਥੇ ਇੰਕਲੂਡ ਕੀਤਾ ਗਿਆ ਤੇ ਸੌਫਟਬੋਲ ਵਿੱਚ ਪੰਜਾਬ ਗਰਲਸ ਟੀਮ ਨੇ ਜਿਹੜੀ ਸੌਫਟਬੋਲ ਟੀਮ ਸੀਗੀ ਉਹਨਾਂ ਨੇ ਹਿਸਟਰੀ ਕ੍ਰੀਏਟ ਕੀਤੀ। ਫਸਟ ਟਾਈਮ ਪਾਰਟਿਸਿਪੇਟ ਕੀਤਾ ਤੇ ਉੱਥੇ 골ਡ ਮੈਡਲ ਹਾਸਿਲ ਕੀਤਾ ਤੇ ਪੰਜਾਬ ਦਾ ਨਾਮ ਰੋਸ਼ਨ ਕੀਤਾ। ਨਹੀਂ, ਪੰਜਾਬ ਦਾ ਨਾਮ ਤਾਂ ਤੁਸੀਂ ਕਾਫੀ ਰੋਸ਼ਨ ਕੀਤਾ ਕਿਉਂਕਿ ਲਗਾਤਾਰ ਸੁਰਖੀਆਂ 'ਚ ਹੀ ਹੋ ਤੁਸੀਂ। ਤੇ ਇਹ ਜਿਹੜੀ ਸੌਫਟਬਾਲ ਗੇਮ ਆ ਇਹੀ ਕਿਉਂਕਿ ਇੰਟਰਨੈਸ਼ਨਲ ਪਲੇਅਰ ਵੀ ਹੋ ਤੁਸੀਂ, ਵੱਖ-ਵੱਖ ਮੈਚ ਖੇਲੇ ਨੇ ਜਿੱਥੇ ਤੱਕ ਮੈਨੂੰ ਪਤਾ। 2019 ਤੋਂ ਤੁਸੀਂ ਲਗਾਤਾਰ ਇੰਟਰਨੈਸ਼ਨਲ ਲੈਵਲ ਤੇ ਖੇਡ ਰਹੇ ਹੋ ਤੇ ਇਸ ਜਿਹੜਾ ਸੌਫਟਬਾਲ ਹੀ ਤੁਸੀਂ ਚੂਜ਼ ਕੀਤਾ ਜਾਂ ਇਸ ਤੋਂ ਪਹਿਲਾਂ ਹੋਰ ਕੋਈ ਗੇਮਸ ਵੀ ਖੇਡੀ ਹੋਈ ਹੈ? ਸਰ ਉਹਦਾ ਜਿੱਦਾਂ ਸਕੂਲ 'ਚ ਅਸੀਂ ਕਹਿ ਸਕਦੇ ਹਾਂ ਬਾਕੀਆਂ ਗੇਮਾਂ ਵੀ ਹੁੰਦੀਆਂ ਨੇ ਜਿੱਦਾਂ ਖੋ-ਖੋ ਹੋ ਗਈ, ਹੈਂਡਬਾਲ ਹੋ ਗਈ, ਬਟ ਮੈਨੂੰ ਸੌਫਟਬਾਲ ਵਿੱਚ ਜ਼ਿਆਦਾ ਇੰਟਰਸਟ ਆਇਆ ਤੇ ਮੈਂ ਉਹਨੂੰ ਪ੍ਰੀਫਰ ਕੀਤਾ ਆਪਣੀ ਜ਼ਿੰਦਗੀ ਵਿੱਚ। ਤੇ ਜਦੋਂ ਇਹ ਅਵਾਰਡ ਮਿਲਾ ਤੇ ਸਭ ਤੋਂ ਵੱਧ ਖੁਸ਼ੀ ਕਿਹੜਾ ਪਲ ਸੀ? ਜਿਹੜਾ ਉੱਥੇ ਗੁਜਰਾਤ ਵਾਲਾ ਜਾਂ ਇਸ ਤੋਂ ਪਹਿਲਾਂ ਜਿਹੜੀਆਂ ਤੁਸੀਂ ਗੇਮਾਂ ਖੇਡੀਆਂ ਉਹਨਾਂ ਬਾਰੇ ਵੀ ਥੋੜਾ ਜਿਹਾ ਸਾਡੇ ਦਰਸ਼ਕਾਂ ਨੂੰ ਦੱਸੋ। ਸਰ ਮੈਂ 10th ਕਲਾਸ 'ਚ ਹੀ ਮਤਲਬ ਗੇਮਸ ਸ਼ੁਰੂ ਕਰ ਦਿੱਤੀ ਸੀਗੀ, ਸੌਫਟਬਾਲ ਗੇਮ। ਫਿਰ ਉੱਥੇ ਮੈਂ ਪਹਿਲਾਂ ਮੈਂ ਚੰਡੀਗੜ੍ਹ ਵੱਲੋਂ ਖੇਡਦੀ ਸੀਗੀ ਬਟ ਮੈਂ ਐਸ ਨਗਰ ਵਿੱਚ ਰਹਿੰਦੀ ਹਾਂ ਮੋਹਾਲੀ 'ਚ। ਤੇ ਮੇਰੀ ਸਾਰੀ ਸਟੱਡੀ 11th ਕਲਾਸ ਤੋਂ ਮੇਰੀ ਸਾਰੀ ਸਟੱਡੀ ਇੱਥੇ ਪੰਜਾਬ 'ਚ ਹੋਈ ਹੈ। KMV ਕਾਲਜ ਹੋ ਗਿਆ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਅੰਡਰ ਆਉਂਦਾ ਸੀਗਾ ਇਹ। ਮੈਂ BA ਆਨਰਸ ਪੋਲੀਟੀਕਲ 'ਚ ਕੀਤੀ ਸੀਗੀ, ਉਹ ਮੈਂ ਗੁਰੂ ਨਾਨਕ ਦੇਵ ਯੂਨੀਵਰਸਿਟੀ 'ਚ ਕੀਤੀ ਸੀਗੀ। ਤੇ ਲਵਲੀ ਯੂਨੀਵਰਸਿਟੀ ਤੋਂ ਹਲੇ ਮੈਂ BPEd ਕੰਪਲੀਟ ਕਰਕੇ ਤੇ ਮਾਸਟਰਸ ਦੀ ਡਿਗਰੀ ਕਰਦੀ ਪਈ ਹਾਂ ਫਿਜ਼ੀਕਲ ਐਜੂਕੇਸ਼ਨ ਦੀ। ਤੇ ਮੈਂ ਇਹੀ ਕਹਿਣਾ ਚਾਹੁੰਦੀ ਹਾਂ ਕਿ ਜਿੱਦਾਂ ਤੁਸੀਂ ਕਹਿੰਦੇ ਹੋ ਕਿ ਤੁਸੀਂ ਕਿੱਥੋਂ ਸਟਾਰਟ ਕੀਤਾ ਸੀਗਾ, ਜਿੱਦਾਂ ਮੈਂ ਸਕੂਲ ਲੈਵਲ 'ਚੋਂ ਸਟਾਰਟ ਕੀਤਾ ਸੀਗਾ ਬਟ ਜਿੱਦਾਂ ਉੱਥੇ ਮੈਂ ਪਹਿਲਾਂ ਗੇਮਾਂ ਕੀਤੀਆਂ, ਜਿੱਦਾਂ ਮੈਂ ਰਗਬੀ ਵੀ ਕੀਤੀ, ਨਾਲੇ ਮੈਂ ਜਿਮਨਾਸਟਿਕ ਕੀਤੀ। ਜਿਮਨਾਸਟਿਕ ਵਿੱਚ ਮੈਂ ਇੰਟਰ ਸਕੂਲ 'ਚ ਪਾਰਟੀਸਪੇਟ ਕੀਤਾ ਸੀਗਾ। ਉੱਥੇ ਮੇਰਾ 6 days ਮੈਂ ਉੱਥੇ ਜਸਟ ਪਾਰਟੀਸਪੇਟ ਕੀਤਾ, ਮਤਲਬ ਕੰਪੀਟੀਸ਼ਨ ਸੀਗਾ ਇੰਟਰ ਸਕੂਲ ਦਾ ਤੇ ਉੱਥੇ ਮੈਂ ਕੰਪੀਟੀਸ਼ਨ 'ਚ ਜਸਟ 6 days ਮੈਂ ਪ੍ਰੈਕਟਿਸ ਕੀਤੀ ਤੇ ਆਫਟਰ ਦੈਟ ਆਈ ਵਿਨ 골ਡ ਦੈਟ ਟਾਈਮ। ਸੋ ਮੈਂ ਇਹ ਕਹਿਣਾ ਚਾਹੁੰਦੀ ਕਿ ਚਾਹਤ ਹੋਣੀ ਚਾਹੀਦੀ ਹੈ ਬੰਦੇ 'ਚ ਕੁਝ ਵੀ ਕਰਨ ਦੀ। ਉਹ ਜਿੱਦਾਂ ਉੱਥੇ ਫਲੈਕਸੀਬਿਲਿਟੀ ਦਾ ਪਤਾ ਲੱਗਿਆ ਕਿ ਮੈਨੂੰ ਪਤਾ ਲੱਗਿਆ ਕਿ ਮੈਂ ਕੋਈ ਵੀ ਗੇਮ ਕਰ ਸਕਦੀ ਹਾਂ, ਮੇਰੀ ਬੋਡੀ ਫਲੈਕਸੀਬਲ ਹੈ ਤੇ ਮੈਂ ਫਿਰ ਸੌਫਟਬਾਲ 'ਚ ਆਪਣਾ ਮਤਲਬ ਕਰੀਅਰ ਸ਼ੁਰੂ ਕਰ ਦਿੱਤਾ ਉੱਥੇ ਹੀ। 11 ਅੱਗੇ ਸਕੂਲ ਕਿਹੜੇ ਸਾਲ ਤੋਂ ਸ਼ੁਰੂਆਤ ਕੀਤੀ ਸੀ ਸੌਫਟਬਾਲ ਦੀ? ਹਾਂਜੀ ਸਰ, ਉਹ ਮੈਂ 9th ਕਲਾਸ 'ਚ ਸ਼ੁਰੂਆਤ ਕੀਤੀ ਸੀਗੀ। ਉਹਦਾ 10th 'ਚ ਮੇਰੀ ਟੀਚਰ ਨੇ ਮੈਨੂੰ, ਸਤਿੰਦਰ ਮੈਮ ਸੀਗੇ ਸਾਇੰਸ ਦੇ, ਉਹ ਕਹਿੰਦੇ ਤੂੰ ਹੁਣ ਗੇਮ ਨਹੀਂ ਕਰਨੀ, ਤੇਰਾ ਫਿਰ ਪੜ੍ਹਾਈ ਖਰਾਬ ਹੋ ਜੂਗੀ। ਇੱਦਾਂ ਮਤਲਬ ਮੈਂਟੈਲਿਟੀ ਹੁੰਦੀ ਸੀਗੀ ਲੋਕਾਂ ਦੀ, ਬਟ ਉਹਨਾਂ ਨੇ ਜੋ ਵੀ ਕੀਤਾ ਵਧੀਆ ਕੀਤਾ ਮੇਰੇ ਲਈ। ਉਸ ਟਾਈਮ 10th ਦੀ ਬੋਰਡ ਤੁਹਾਨੂੰ ਪਤਾ ਕਿੰਨਾ ਵਧੀਆ, ਮਤਲਬ ਇੰਨਾ ਇੰਪੋਰਟੈਂਟ ਰੋਲ ਪਲੇ ਕਰਦਾ ਸਾਡੀ ਲਾਈਫ 'ਚ। ਤੇ ਉੱਥੇ ਮੈਂ ਫਿਰ ਗੇਮ 1 ਸਾਲ ਲਈ ਡਰੋਪ ਕੀਤੀ। ਮੈਂ ਇੰਟਰ ਜਿੱਦਾਂ ਸਕੂਲ ਨੈਸ਼ਨਲ ਹੁੰਦੀ ਹੈ, 9th 'ਚ ਮੈਂ ਸਕੂਲ ਨੈਸ਼ਨਲ ਗਈ ਸੀਗੀ। ਫਿਰ 10th 'ਚ ਵੀ ਸਿਲੈਕਸ਼ਨ ਹੋਈ ਸੀਗੀ, ਉੱਥੇ ਓਪਨ ਨੈਸ਼ਨਲ ਲਈ ਵੀ ਸਿਲੈਕਸ਼ਨ ਹੋਈ ਸੀਗੀ ਬਟ ਮੈਂ ਉਹ ਦੋਵਾਂ ਟੂਰਨਾਮੈਂਟ ਨੂੰ ਮੈਂ ਸਟਾਪ ਕੀਤਾ। ਮੈਂ ਕਿਹਾ ਛੱਡੋ, ਚਲੋ ਪੜ੍ਹਾਈ ਜ਼ਰੂਰੀ ਹੈ ਪਹਿਲਾਂ, ਚਲੋ ਟਾਈਮ ਟੂ ਟਾਈਮ ਸਰ ਸਾਨੂੰ ਸਾਰੀ ਚੀਜ਼ਾਂ ਟਾਈਮ ਟੂ ਟਾਈਮ ਕਰਨੀ ਚਾਹੀਦੀ ਹੈ। ਜਦੋਂ ਸਾਡੀ ਗੇਮ ਦੀ ਥਾਂ ਅਸੀਂ ਪੜ੍ਹਾਈ ਕਰਾਂਗੇ, ਪੜ੍ਹਾਈ ਦੀ ਥਾਂ ਗੇਮ ਕਰਾਂਗੇ ਤਾਂ ਉਹ ਦੋਨੋਂ ਇਕੁਅਲ ਨਹੀਂ ਹੋਊਗਾ। ਸਾਨੂੰ ਗੇਮ ਦੀ ਜਗ੍ਹਾ ਗੇਮ ਕਰਨੀ ਚਾਹੀਦੀ ਹੈ ਤੇ ਪੜ੍ਹਾਈ ਦੀ ਥਾਂ ਪੜ੍ਹਾਈ ਕਰਨੀ ਚਾਹੀਦੀ ਹੈ। ਉਦੋਂ ਮੈਨੂੰ ਇਹ ਮਹਿਸੂਸ ਹੋਇਆ ਕਿ ਮੈਂ ਜਦੋਂ ਗੇਮ ਛੱਡੀ 10th 'ਚ, ਉਦੋਂ ਮਤਲਬ ਮੈਂ ਫਿਰ ਕਲਾਸ 'ਚ ਫਸਟ ਆਈ, ਸਕੂਲ 'ਚ ਸੈਕਿੰਡ ਆਈ ਤੇ ਮੈਨੂੰ 5000 ਰੁਪੀਜ਼ ਪ੍ਰਿੰਸੀਪਲ ਸਰ ਨੇ ਮੈਨੂੰ ਅਵਾਰਡ ਦਿੱਤਾ ਤੇ ਮੈਨੂੰ ਬਹੁਤ ਵਧੀਆ ਲੱਗਾ। ਮਤਲਬ ਕਿ ਚਲੋ ਠੀਕ ਆ। ਫਿਰ ਮੈਂ ਉਹਦੇ ਬਾਅਦ ਇੱਕ ਨੋਰਮਲ ਫਿਰ ਮੈਂ ਦੁਬਾਰਾ ਕੰਟੀਨਿਊ ਕੀਤਾ। ਮੈਂ ਕਿਹਾ ਨਹੀਂ, ਉਹ ਤਾਂ ਮੈਂ ਅਚੀਵ ਕਰ ਲਿਆ, ਫਿਰ ਪੜ੍ਹਾਈ 'ਚ ਵੀ ਚਲੋ ਹੁਣ ਮੈਂ ਗੇਮਾਂ 'ਚ ਵੀ ਕਰਨਾ। ਫਿਰ ਮੈਂ ਗੇਮ ਸ਼ੁਰੂ ਕਰ ਦਿੱਤੀ ਦੁਬਾਰਾ।
ਅੱਛਾ 10th ਤੋਂ ਤੁਸੀਂ ਆਪਣਾ ਸਫ਼ਰ ਸ਼ੁਰੂ ਕਰ ਦਿੱਤਾ ਤੇ ਜਿਹੜਾ ਸੌਫਟਬਾਲ ਆ ਲੋਕੀ ਬਹੁਤ ਨਹੀਂ ਜਾਣਦੇ ਤੇ ਜਦੋਂ ਤੁਹਾਨੂੰ ਪਤਾ ਲੱਗਿਆ ਤੇ ਪਰਿਵਾਰਕ ਮੈਂਬਰਾਂ ਦਾ ਕੀ ਰੁਝਾਨ ਸੀ ਐਕਚੁਅਲੀ ਬਹੁਤ ਲੋਕਾਂ ਨੂੰ ਪਿੰਡੂ ਲੈਵਲ ਤੇ ਤਾਂ ਬਹੁਤ ਨਹੀਂ ਪਤਾ ਹੋਣਾ ਕਿਉਂਕਿ ਨਇਆ ਗਾਉਂ ਦੇ ਆਈ ਥਿੰਕ ਤੁਸੀਂ ਰਹਿਣ ਵਾਲੇ ਹੋ ਤੇ ਇਸ ਏਰੀਆ ਦੇ ਵਿੱਚ ਇਸ ਜ਼ੋਨ ਦੇ ਵਿੱਚ ਤਾਂ ਇੰਨਾ ਤਾਂ ਨਹੀਂ ਜਾਣਦੇ ਇਸ ਗੇਮ ਸਰ ਐਕਚੁਅਲੀ ਉੱਥੇ ਦੇ ਲੋਕੀ ਕੀ ਹੈ ਕਿ ਉਹਨਾਂ ਦੇ ਮਾਈਂਡ 'ਚ ਆਉਂਦਾ ਹੈ ਕਿ ਚਲੋ ਗੇਮ ਹੈ ਖੇਡ ਲੈਂਦੇ ਆ ਬਟ ਕਦੇ ਕਦੇ ਪੇਰੈਂਟਸ ਸਪੋਰਟ ਨਹੀਂ ਕਰਦੇ ਕਿਸੇ ਦੇ ਬਟ ਮੇਰੇ ਪੇਰੈਂਟਸ ਨੇ ਮੈਨੂੰ ਜਿੱਦਾਂ ਮੰਮੀ ਮੇਰੇ ਬਚਪਨ ਤੋਂ ਨਹੀਂ ਸੀਗੇ ਫਾਦਰ ਸਾਹਿਬ ਸੀਗੇ ਤੇ ਮੇਰੇ 3 ਬ੍ਰਦਰ ਹੈ ਵੀਰ ਨੇ ਮੇਰੇ 2 ਵੱਡੇ ਇੱਕ ਛੋਟਾ ਤੇ ਛੋਟੇ ਵਾਲੇ ਨੇ ਤਾਂ ਕੀ ਕਹਿਣਾ ਸੀਗਾ ਵੱਡੇ ਵਾਲੇ ਦੋਵੇਂ ਮੇਰੇ ਸਾਥ ਸੀਗੇ ਕਹਿੰਦੇ ਚਲੋ ਕੋਈ ਨਾ ਕਰ ਲੈ ਹੁਣ ਜੋ ਤੂੰ ਕਰਨਾ ਬਸ ਸਾਨੂੰ ਸ਼ਿਕਾਇਤ ਨਹੀਂ ਮਿਲਣੀ ਚਾਹੀਦੀ ਹੈ ਫਿਰ ਮੈਂ ਕਿਹਾ ਚਲੋ ਵਧੀਆ ਗੱਲ ਆ ਫਿਰ ਮੈਂ ਉਹਦੇ ਵਿੱਚ ਕੰਟੀਨਿਊ ਕੀਤਾ ਤੇ ਮੇਰੇ ਬ੍ਰਦਰ ਨੇ ਮੈਨੂੰ ਜਿੱਦਾਂ ਮੈਨੂੰ ਉੱਥੇ ਮੈਂ 10th ਕਲਾਸ 'ਚ ਸੀਗੀ ਫਿਰ ਛੁੱਟੀਆਂ ਹੁੰਦੀਆਂ ਜੂਨ ਦੀ ਛੁੱਟੀਆਂ ਫਿਰ ਉਹਦੇ ਵਿੱਚ ਮੈਂ ਕੀ ਹੋਇਆ ਕਿ ਉੱਥੇ ਮੈਂ ਪ੍ਰੈਕਟਿਸ ਕਰਦੀ ਸੀਗੀ ਕੇਐਮਵੀ ਦੇ ਕੋਚ ਜਲੰਧਰ ਜਿੱਦਾਂ ਕੇਐਮਵੀ ਕਾਲਜ ਹੈ ਜਲੰਧਰ 'ਚ ਉੱਥੇ ਦੇ ਕੋਚ ਆਏ ਸੀਗੇ ਉੱਥੇ ਹੀ ਟਰਾਇਲ ਚੰਡੀਗੜ੍ਹ ਪ੍ਰੈਕਟਿਸ ਗਰਾਊਂਡ ਸੀਗਾ ਉੱਥੇ ਚੰਡੀਗੜ੍ਹ 'ਚ ਤੇ ਉੱਥੇ ਮੈਨੂੰ ਵੇਖਿਆ ਤੇ ਸਰ ਕਹਿੰਦੇ ਕਿ ਇਹਨੂੰ ਹੋਸਟਲ ਸੱਦੋ ਮਤਲਬ ਮੇਰੇ ਘਰਦਿਆਂ ਦਾ ਨੰਬਰ ਲਿਆ ਉਹਨਾਂ ਨੇ ਫਿਰ ਉਹਨਾਂ ਨੂੰ ਕਾਲ ਕੀਤੀ ਤੇ ਮੇਰੇ ਵੀਰ ਨੇ ਮੈਨੂੰ ਕਿਹਾ ਕਿ ਤੂੰ ਜਾਣਾ ਨਹੀਂ ਜਾਣਾ ਤੂੰ ਹੁਣ ਦੱਸ ਮੈਂ ਕਿਹਾ ਠੀਕ ਹੈ ਮੈਂ ਕੋਸ਼ਿਸ਼ ਕਰਾਂਗੀ ਮੈਂ ਚਲਦੀ ਹਾਂ ਫਿਰ ਠੀਕ ਆ ਅਗਰ ਇੰਨੀ ਅੱਛੀ ਓਪਰਚੁਨਿਟੀ ਮਿਲਦੀ ਪਈ ਹੈ ਫਿਰ ਜਾਣ ਦਾ ਰੁਝਾਨ ਦਿੱਤਾ ਉਹਨਾਂ ਨੇ ਮੈंने कहा ਠੀਕ ਹੈ ਫਿਰ ਮੈਂ ਕੰਟੀਨਿਊ ਕੀਤਾ ਉੱਥੇ ਅੱਛਾ ਤਾਂ ਜਿਹੜੀ 2019 ਚੋਂ ਤੁਸੀਂ ਇੰਟਰਨੈਸ਼ਨਲ ਕੱਪ ਖੇਡਿਆ ਉਹ ਕਿਹੜੀ ਉਹ ਵੱਖਰੀ ਗੇਮ ਸੀ ਆਈ ਥਿੰਕ नो सर एक्चुअली इट्स ਆਲਸੋ ਸੌਫਟਬਾਲ ਇਹ ਵੀ ਸੌਫਟਬਾਲ ਗੇਮ ਦਾ ਹੀ ਮੈਂ ਇੰਟਰਨੈਸ਼ਨਲ ਟੂਰਨਾਮੈਂਟ ਖੇਡਿਆ ਸੀਗਾ ਅੱਛਾ ਉਦੋਂ ਮੈਂ ਸਰ ਤੁਹਾਨੂੰ ਸਪੈਸੀਫਾਈ ਕਰਨਾ ਚਾਹੁੰਦੀ ਹਾਂ ਤੁਸੀਂ ਕਹਿੰਦੇ ਹੋ ਮੋਹਾਲੀ ਜਿੱਦਾਂ ਪੰਜਾਬ ਵਿੱਚ ਆਂਦਾ ਹੈ ਪ੍ਰੋਪਰ ਤੇ ਮੋਹਾਲੀ ਹੂੰ ਦੇ ਜਿਹੜੇ ਬੱਚੇ ਨੇ ਉਹ ਜ਼ਿਆਦਾਤਰ ਉਹਨਾਂ ਨੂੰ ਗਾਈਡੈਂਸ ਨਹੀਂ ਹੁੰਦੀ ਹੈ ਉਹ ਉਹਨਾਂ ਦਾ ਰੈਜ਼ੀਡੈਂਟ ਵੀ ਮੋਹਾਲੀ 'ਚ ਹੈਗਾ ਤੇ ਉਹ ਪੜ੍ਹਦੇ ਵੀ ਕੋਈ ਮੋਹਾਲੀ 'ਚ ਹੈਗੇ ਇੱਧਰ ਪੰਜਾਬ ਵੱਲ ਪੜ੍ਹਦੇ ਆ ਤੇ ਉਹਨਾਂ ਨੂੰ ਗ੍ਰੈਡੂਏਸ਼ਨ ਦਾ ਫਾਇਦਾ ਉਦੋਂ ਹੀ ਮਿਲੂਗਾ ਜਦੋਂ ਉਹ ਓਪਨ ਟੂਰਨਾਮੈਂਟ ਵੀ ਪੰਜਾਬ ਵੱਲੋਂ ਹੀ ਖੇਡਣਗੇ ਹੂੰ ਹੂੰ ਬਟ ਉਹ ਅੱਧੇ ਤੋਂ ਜ਼ਿਆਦਾ ਉਹ ਚੰਡੀਗੜ੍ਹ ਵੱਲੋਂ ਖੇਡਦੇ ਆ ਮੇਰੇ ਵਾਂਗ ਮੈਂ 11 ਕੁ ਸਾਲ ਮੈਂ ਚੰਡੀਗੜ੍ਹ ਵੱਲੋਂ ਖੇਡਿਆ ਬਟ ਉਹਨਾਂ ਦੇ ਜਿੱਦਾਂ ਮੈਂ ਇੰਟਰਨੈਸ਼ਨਲ ਵੀ ਖੇਡੀ ਮੈਂ ਜੂਨੀਅਰ ਨੈਸ਼ਨਲ 'ਚ 골ਡ ਮੈਡਲ ਲਿਆ ਉਦੋਂ ਹੀ ਮੇਰੇ ਪੰਜਾਬ ਵਿੱਚ ਰਹਿੰਦੇ ਹੋਏ ਮੇਰੇ 2 ਮੈਡਲ ਆਏ ਸੀਗੇ ਇੱਕ AIU 골ਡ ਸੀਗਾ ਇੱਕ ਸਿਲਵਰ ਸੀਗਾ ਬਟ ਪੰਜਾਬ ਸਰਕਾਰ ਨੇ ਮੈਨੂੰ ਮਤਲਬ ਪੈਸੇ ਮਤਲਬ ਜਿੱਦਾਂ ਪੰਜਾਬ ਸਰਕਾਰ ਵੱਲੋਂ ਮੈਨੂੰ ਮਿਲਣ ਚਾਹੀਦੇ ਸੀਗੇ ਬਟ ਉਹਨਾਂ ਨੇ ਨਹੀਂ ਦਿੱਤੇ ਉਸ ਟਾਈਮ ਕਿਉਂਕਿ ਮੈਂ ਓਪਨ ਟੂਰਨਾਮੈਂਟ ਉੱਥੋਂ ਇਹ ਕਿਹੜੇ ਖੇਡਦੀ ਸੀ ਸਾਲ ਦੀ ਗੱਲ ਆ 2018 ਵਿੱਚ ਆਇਆ ਸੀਗਾ ਇੱਕ 2019 ਵਿੱਚ ਆਇਆ ਸੀਗਾ ਫਿਰ 19 ਤੋਂ ਬਾਅਦ ਮੈਂ ਫਿਰ 1 ਸਾਲ ਦਾ ਗੈਪ ਦੇ ਕੇ ਤੇ ਫਿਰ ਮੈਂ ਕੰਟੀਨਿਊ ਕੀਤਾ ਪੰਜਾਬ ਵੱਲੋਂ ਹੀ ਖੇਡਣਾ ਕਿਉਂਕਿ ਮੈਂ ਉਹ ਮਤਲਬ ਮੇਰੀ ਗ੍ਰੇਡੇਸ਼ਨ ਨਹੀਂ ਹੁੰਦੀ ਪਈ ਸੀਗੀ ਉੱਥੇ ਚੰਡੀਗੜ੍ਹ 'ਚ ਮੈਂ ਪੂਰਾ ਸਰਟੀਫਿਕੇਟ ਬਿਲਕੁਲ ਤਿਆਰ ਕਰਕੇ ਕੇਸ ਤਿਆਰ ਕਰਕੇ ਲੈ ਕੇ ਗਈ ਸੀਗੀ ਕਹਿੰਦੇ ਤੁਸੀਂ ਪੜ੍ਹਦੇ ਵੀ ਉੱਥੇ ਹੋ ਤੁਸੀਂ ਰਹਿੰਦੇ ਵੀ ਉੱਥੇ ਹੋ ਹੁਣ ਅਸੀਂ ਤੁਹਾਡੀ ਗ੍ਰੈਡੂਏਸ਼ਨ ਕਿੱਦਾਂ ਕਰ ਲਵਾਂ ਸਕਾਲਰਸ਼ਿਪ ਹੂੰ ਵੀ ਰੋਕੀ ਜਾਂਦੀ ਸੀਗੀ ਮੇਰੀ ਫਿਰ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਫਿਰ ਮੈਨੂੰ ਇੱਕ ਰੀਜ਼ਨ ਮਿਲਿਆ ਕਿ ਵੀ ਮੈਂ ਅਨਗਾਈਡੈਂਸ ਵਿੱਚ ਸੀਗੀ ਮੈਂ ਫਿਰ ਹੁਣ ਚੰਗੀ ਤਰ੍ਹਾਂ ਪੰਜਾਬ ਵੱਲੋਂ ਹੀ ਖੇਡਦੀ ਹਾਂ ਠੀਕ ਆ ਮੈਂ ਇੱਥੇ ਗੱਲ ਕੀਤੀ ਸੈਕਟਰੀ ਨਾਲ ਗੱਲ ਕੀਤੀ ਸਾਰਿਆਂ ਨੇ ਕਿਹਾ ਚਲੋ ਸਾਨੂੰ ਨਾਜ ਹੈ ਕਿ ਤੁਸੀਂ ਆਪਣੇ ਹੱਕ ਲਈ ਤੁਸੀਂ ਖੁਦ ਲੜਦੇ ਪਏ ਹੋ ਮਤਲਬ ਤੁਸੀਂ ਕੁਇਟ ਨਹੀਂ ਕੀਤਾ ਤੁਸੀਂ ਅੱਗੇ ਵਧਣਾ ਚਾਹੁੰਦੇ ਹੋ ਤਾਂ ਫਿਰ ਕੰਟੀਨਿਊ ਕੀਤਾ ਉਦੋਂ ਤੋਂ ਫਿਰ ਮੈਂ ਇਹ ਅੱਛਾ ਫਿਰ ਸਰ ਮੈਂ ਇਹੀ ਚਾਹੁੰਦੀ ਹਾਂ ਕਿ ਮਤਲਬ ਲੋਕਾਂ ਨੂੰ ਅਵੇਅਰਨੈਸ ਦੇਵਾਂ ਕਿ ਜਿਹੜਾ ਤੁਸੀਂ ਜਿੱਥੇ ਤੁਸੀਂ ਰਹਿੰਦੇ ਹੋ ਉੱਥੇ ਹੀ ਤੁਸੀਂ ਖੇਡੋ ਤੇ ਉੱਥੇ ਹੀ ਤੁਸੀਂ ਬੈਨੀਫਿਟ ਵੀ ਲਓ ਹੂੰ ਤੇ ਇਸ ਤੋਂ ਬਾਅਦ ਜਦੋਂ ਮਾਨ ਸਰਕਾਰ ਵੱਲੋਂ ਤੁਹਾਨੂੰ ਹੁਣ ਸਨਮਾਨ ਦਿੱਤਾ ਗਿਆ ਤੁਸੀਂ 18 ਦੀ ਗੱਲ ਵੀ ਦੱਸੀ ਉਸ ਵੇਲੇ ਸਰਕਾਰ ਅਲੱਗ ਸੀ ਤੇ ਹੁਣ 5 ਲੱਖ ਦਾ ਇਨਾਮ ਵੀ ਤੁਹਾਨੂੰ ਮਿਲਾ ਤੇ ਕੀ ਕਹਿੰਦੇ ਮਾਨ ਸਾਹਿਬ ਥਾਪੀ ਪੂਰੀ ਮਾਰੀ ਮਾਨ ਸਾਹਿਬ ਬਹੁਤ ਵਧੀਆ ਜਿੱਦਾਂ ਉਹਨਾਂ ਨੇ ਫੰਕਸ਼ਨ ਕੀਤਾ ਮਤਲਬ ਪੂਰਾ ਹੀ ਬਹੁਤ ਵਧੀਆ ਨਜ਼ਾਰਾ ਲਾਤਾ ਸੀਗਾ ਫਸਟਲੀ ਐਂਡ ਹੂੰ ਉਹਨਾਂ ਨੇ ਕੀ ਕਿਹਾ ਕਿ ਕਹਿੰਦੇ ਪਹਿਲਾ ਵਜੀਫਾ ਬਲਵੀਰ ਸਿੰਘ ਵਜੀਫਾ ਕੁਛ ਉਹਨਾਂ ਨੇ ਦਿੱਤਾ ਪਾਲਿਸੀ ਬਾਰੇ ਕਹਿੰਦੇ ਸੀਗੇ ਤੇ ਹੂੰ ਉਹ 3000 ਤੋਂ ਸਟਾਰਟ ਹੁੰਦੀ ਸੀਗੀ ਫਿਰ ਬਾਅਦ ਚ 8000 ਜਿਹੜੇ ਗੁਰਮੀਤ ਮੀਤ ਹੇਅਰ ਗੁਰਮੀਤ ਹੇਅਰ ਹੂੰ ਸੀਗੇ ਸਪੋਰਟਸ ਮਿਨਿਸਟਰ ਹੂੰ ਉਹਨਾਂ ਨੇ ਕਿਹਾ ਹੂੰ ਕਿ ਮੀਨਸ ਤੁਹਾਨੂੰ 8000 ਰੁਪਏ ਪਰ ਮਹੀਨਾ 1 ਈਅਰ ਤੱਕ ਤੁਹਾਨੂੰ ਮਿਲੂਗਾ ਤਾਂ ਹੂੰ ਫਿਰ ਉਹ ਕਹਿੰਦੇ 8000 ਚ ਕੀ ਹੁੰਦਾ ਹੈ ਤੁਹਾਨੂੰ 16000 ਦੇਵਾਂਗੇ ਅਸੀਂ ਹਲੇ ਹੈਗਾ ਸਾਡੇ ਕੋਲ ਬਜਟ ਤੇ ਸਾਨੂੰ ਬਹੁਤ ਵਧੀਆ ਲੱਗਾ ਕਿ ਉਹ ਬੱਚਿਆਂ ਬਾਰੇ ਸੋਚਦੇ ਆ ਕਿ ਇਹ ਅੱਗੇ ਆਣ ਤੇ ਇਹਨਾਂ ਨੂੰ
ਘਰਦਿਆਂ ਤੋਂ ਕੁਝ ਮੰਗਣਾ ਨਾ ਪਵੇ, ਇਹਨਾਂ ਮਤਲਬ ਫੈਮਲੀਆਂ ਦੀਆਂ ਦਿੱਕਤਾਵਾਂ ਤੋਂ ਹਟ ਕੇ ਆਪਣਾ ਲਾਈਫ ਸਟਾਈਲ ਅੱਗੇ ਵਧਾਉਣ ਤੇ ਮਤਲਬ ਖੇਲ ਵਿੱਚੋਂ ਮੈਡਲ ਲਾਉਣ ਤੇ ਪੰਜਾਬ ਦਾ ਹੀ ਨਹੀਂ ਦੇਸ਼ ਦਾ ਵੀ ਨਾਮ ਰੋਸ਼ਨ ਕਰਨ। ਇਦਾਂ ਦੀਆਂ ਗੱਲਾਂ ਉਹਨਾਂ ਨੇ ਬਹੁਤ ਮੋਟੀਵੇਟ ਕੀਤੀਆਂ। ਉਹਨਾਂ ਦੀਆਂ ਸਪੀਚ ਜਿਹੜੀ ਸੀਗੀ ਬਹੁਤ ਵਧੀਆ ਲੱਗੀ ਸਾਨੂੰ, ਮਤਲਬ ਉੱਥੇ ਹੱਸ ਕੇ ਸਾਨੂੰ ਬਹੁਤ ਹਾਸਾ ਆਇਆ। ਮੀਨਸ ਪੋਇਟਰੀ ਵੀ ਨਾਲੇ ਬੱਚਿਆਂ ਨੂੰ ਮੋਟੀਵੇਟ ਵੀ ਨਾਲੇ ਬਹੁਤ ਕੁਝ ਉਹਨਾਂ ਨੇ ਦੱਸਿਆ ਸਾਨੂੰ, ਬਹੁਤ ਕੁਝ ਸਿੱਖਣ ਨੂੰ ਮਿਲਿਆ ਉਸ ਕੰਪੀਟੀਸ਼ਨ ਤੋਂ। ਮੀਨਸ ਸਾਡੇ ਕੰਪੀਟੀਸ਼ਨ ਤੋਂ ਉਹਨਾਂ ਨੇ ਇੱਕ ਆਪਣਾ ਜਿਹੜਾ ਉੱਥੇ ਬਖਾਨ ਕਰਤਾ, ਬਿਲਕੁਲ ਲਾਈਫ ਜਰਨੀ ਦੱਸਤੀ ਕਿ ਆਈ ਐਮ ਸੌਫਟਬਾਲ ਲਵਰ। awesome speech by the Bhagwant Mann over there, seriously. ਓਕੇ, ਤੇ ਜਿਹੜੇ ਤੁਸੀਂ ਅਵਾਰਡ ਜਿੱਤੇ ਨੇ ਹੁਣ ਤੱਕ, ਉਹ ਕਿਹੜੇ ਅਵਾਰਡ ਨੇ? Sir, award actually I just win ਜਿੱਦਾਂ ਡਿਸਟਿੰਗੁਇਸ਼ ਪਲੇਅਰ, ਲੰਬੀ ਦੂਰੀ ਤੈਅ ਕਰਨ ਵਾਲਾ ਖਿਡਾਰੀ, ਇਹ ਮੇਰੇ ਕਾਲਜ ਵਾਲਿਆਂ ਨੇ ਮੈਨੂੰ ਦਿੱਤਾ। ਮੀਨਸ ਕਾਲਜ ਵਿੱਚ ਆਨਰ ਕਰਨ ਲਈ ਕਦੇ ਕੋਈ ਵੀ ਮਤਲਬ ਚੀਫ ਮਿਨਿਸਟਰ ਜੇ ਕੋਈ ਵੀ ਮਤਲਬ ਸਮਾਨਦਾਇਕ ਹਸਤੀ ਹੁੰਦੀ ਸੀ ਕਿ ਉਹਨਾਂ ਨੂੰ ਬੁਲਾਉਂਦੇ ਸੀਗੇ। ਬੈਸਟ ਸਪੋਰਟਸ ਗਰਲ, ਬੈਸਟ ਪਲੇਅਰ award of excellence in young achiever award in exams, outstanding student award, विशेष सम्मान, बेटी होने पर मान, बेटी बचाओ बेटी पढ़ाओ award ਸੀਗਾ ਇੱਕ। ਤੇ ਸਰ ਨਾਲੇ ਮੈਨੂੰ ਮਿਲਿਆ ਸੀਗਾ ਜਿੱਦਾਂ ਮਤਲਬ ਮੈਂ ਐਕਸਟਰਾਆਰਡੀਨਰੀ ਕੰਮ ਕਰਦੀ ਸੀ ਕਿ ਮੈਨੂੰ ਐਨਸੀਸੀ ਦਾ ਵੀ ਕਰਿਕੂਲਮ ਵਿੱਚ ਵੀ ਮੈਨੂੰ ਮਤਲਬ ਸਾਰਾ ਕੁਝ ਮਤਲਬ NIS ਜਿੱਦਾਂ ਮਤਲਬ ਕੋਈ ਵੀ ਸੋਸ਼ਲ ਸਰਵਿਸਿਜ਼ ਦਾ ਵੀ ਇਵੈਂਟ ਹੁੰਦਾ ਸੀਗਾ, ਮੈਂ ਉਹਦੇ ਵਿੱਚ ਵੀ ਪਾਰਟਿਸਿਪੇਟ ਕਰਦੀ ਸੀ। ਤਾਂ ਮੈਨੂੰ ਥੀਏਟਰ ਹੋ ਗਿਆ, ਨੁੱਕੜ ਨਾਟਕ ਹੋ ਗਿਆ, ਉਹਦੇ ਵਿੱਚ ਵੀ ਡਾਂਸਿੰਗ ਵਿੱਚ ਵੀ, ਤੇ ਮੀਨਸ ਕਾਫੀ ਅਵਾਰਡਸ ਉਹਦੇ ਵਿੱਚ ਵੀ ਮਿਲੇ ਆ। ਅਦਰਵਾਈਜ਼ ਐਗਜ਼ਾਮਸ ਵਿੱਚ ਵੀ ਮੈਂ ਮਤਲਬ ਨਾਰਮਲ ਵਧੀਆ ਰਹੀ ਹਾਂ। ਤਾਂ ਫਿਰ ਮੈਨੂੰ ਮੇਰੇ ਕਾਲਜ ਵੱਲੋਂ ਜਿੱਦਾਂ KMV ਕਾਲਜ ਨੇ ਮੈਨੂੰ, ਜਦੋਂ ਮੈਂ ਇੰਟਰਨੈਸ਼ਨਲ ਗਈ ਸੀਗੀ, ਉੱਦਾਂ ਇਸ ਗੇਮ ਵਿੱਚ ਪ੍ਰਾਈਵੇਟ ਜ਼ਿਆਦਾ ਓਪਨ ਟੂਰਨਾਮੈਂਟਸ ਹੁੰਦੇ ਆ ਤਾਂ ਫਿਰ ਖਰਚਾ ਜ਼ਿਆਦਾ ਹੁੰਦਾ ਹੈ। ਤੇ ਮੇਰਾ 1 ਲੱਖ ਰੁਪਇਆ ਨੇੜੇ ਤੇੜੇ ਲੱਗਿਆ ਸੀਗਾ। ਤੇ ਮੈਨੂੰ KMV ਕਾਲਜ ਵੱਲੋਂ ਸਪੋਰਟ ਵੀ ਕੀਤੀ ਗਈ ਸੀਗੀ। 50,000 ਰੁਪਏ ਮੈਨੂੰ ਵਾਪਸ ਦਿੱਤਾ ਸੀਗਾ। 2 ਟੀਚਰਸ ਸੀਗੇ ਮੇਰੇ ਜਿਨ੍ਹਾਂ ਨੇ ਮੈਨੂੰ 5,000 ਰੁਪੀਜ਼ ਆਪਣੇ ਵੱਲੋਂ ਕਿ ਬਈ ਤੂੰ ਸਿਲੈਕਟ ਹੋਈ ਹੈ, ਸਾਡੇ ਵੱਲੋਂ ਲੈ, ਸਾਡਾ ਆਸ਼ੀਰਵਾਦ ਸਮਝ ਕੇ। ਤੇ ਮੈਨੂੰ ਬਹੁਤ ਵਧੀਆ ਲੱਗਿਆ। ਉਹਨਾਂ ਨੇ ਮੈਨੂੰ ਫਾਈਨੈਂਸ਼ੀਅਲੀ ਵੀ ਹੈਲਪ ਕੀਤਾ KMV ਕਾਲਜ ਨੇ। ਤੇ KMV ਕਾਲਜ ਵਿੱਚ ਜਦੋਂ ਮੈਂ 2019 ਤੋਂ ਪਹਿਲਾਂ ਮਤਲਬ 20 ਤੱਕ ਮੈਂ ਉੱਥੇ ਪੜ੍ਹੀ ਸੀਗੀ। KMV ਕਾਲਜ ਜਲੰਧਰ, ਕੁੜੀਆਂ ਦਾ ਕੰਨਿਆ ਮਹਾਵਿਦਿਆਲਾ ਕਹਿ ਸਕਦੇ ਨੇ ਉਹਨੂੰ। ਤੇ ਬਹੁਤ ਵਧੀਆ ਹੈ, ਹੈਰੀਟੇਜ ਇੰਸਟੀਚਿਊਟ ਹੈ। ਉੱਥੇ ਵੀ ਸਾਨੂੰ ਮਤਲਬ ਕਾਫੀ ਕੁਝ ਸਿੱਖਣ ਨੂੰ ਮਿਲਿਆ। ਉੱਥੇ ਹੀ ਮੈਂ ਆਪਣੇ ਆਪ ਨੂੰ ਗਰੋ ਕੀਤਾ। ਫਿਰ ਬਾਅਦ ਚ ਆਪਣੇ ਟੈਲੈਂਟ ਨੂੰ ਪਛਾਣਿਆ, ਜਿੱਦਾਂ ਡਾਂਸ ਹੋ ਗਿਆ। ਮਤਲਬ ਕਾਫੀ ਓਪਰਚੁਨਿਟੀਜ਼ ਦਿੱਤੀ ਕਾਲਜ ਨੇ ਤੇ ਪ੍ਰਿੰਸੀਪਲ ਮੈਮ ਨੇ, ਆਤਿਮਾ ਸ਼ਰਮਾ ਮੈਮ ਨੇ ਸਾਨੂੰ, ਤੇ ਐਪਰੀਸ਼ੀਏਟ ਵੀ ਕੀਤਾ। ਤੇ ਫਿਰ ਹੁਣ ਵੀ ਅਜੇ ਤੱਕ ਵੀ ਯਾਦ ਕਰਦੇ ਹਾਂ, ਕੋਈ ਵੀ ਇਵੈਂਟ ਹੋ ਗਿਆ, ਜਦੋਂ ਮਹਿਲਾ ਦਿਵਸ ਹੋ ਗਿਆ, ਸਾਨੂੰ ਯੰਗ ਅਚੀਵਰ ਅਵਾਰਡ, young lady award, that kind of award they give every time. They never forget me and that's a great thing for me, sir. ਨਹੀਂ ਤਾਂ ਜਿਹੜੇ ਹੁਣ ਮੈਨੂੰ ਲੱਗਦਾ ਇੰਟਰਵਿਊ ਦੇਖ ਰਹੇ ਨੇ, ਉਹ ਵੀ ਇਹੀ ਕਹਿਣਗੇ ਕਿ ਹੀਰਾ ਵਾਕਈ ਹੀਰਾ ਹੈ, ਕਿਉਂਕਿ ਸਾਰੇ ਪਾਸਿਆਂ 'ਚ ਕਿਸੇ ਨਾ ਕਿਸੇ ਖਿੱਤੇ ਦੇ ਵਿੱਚ ਚੰਗੀ ਤੁਸੀਂ ਉਪਲਬਧੀ ਹਾਸਲ ਕੀਤੀ ਆ। ਤੇ ਮੈਂ ਦਰਸ਼ਕਾਂ ਨੂੰ ਵੀ ਦੱਸ ਦੇਵਾਂ ਕਿ ਏਸ਼ੀਆ ਕੱਪ 2019 ਦੇ ਵਿੱਚ ਵੀ ਜਿਹੜਾ ਜਕਾਰਤਾ 'ਚ ਹੋਇਆ ਸੀ, ਉਸ ਦੇ ਵਿੱਚ ਵੀ ਤੁਸੀਂ ਜਿੱਤ ਹਾਸਲ ਕੀਤੀ ਸੀ। ਇੰਟਰਨੈਸ਼ਨਲ ਕੱਪ ਸੀ ਉਹ ਤੁਹਾਡਾ, ਮੈਨੂੰ ਲੱਗਦਾ ਪਹਿਲਾ। ਉਸ ਦੇ ਨਾਲ ਤੁਸੀਂ ਗੋਲਡ ਤੇ ਬ੍ਰੌਂਜ਼ ਮੈਡਲ ਵੀ ਜਿੱਤੇ ਨੇ ਆਲ ਇੰਡੀਆ ਗੇਮਾਂ ਦੇ ਵਿੱਚ, ਤੇ ਜੂਨੀਅਰ ਨੈਸ਼ਨਲ ਜਿਹੜੀਆਂ ਗੇਮਾਂ ਹੋਈਆਂ ਸੀ ਉਹਦੇ 'ਚ। ਤੇ ਜਦੋਂ ਇੰਨੇ ਸਾਰੇ ਅਵਾਰਡ ਤੁਸੀਂ ਗਿਣਵਾਏ, ਤੇ ਤੁਸੀਂ ਜਿੱਦਾਂ ਦੱਸਿਆ, ਤੇ ਕਦੇ ਮਾਂ ਦੀ ਕਮੀ ਉਹ ਸਪੋਰਟ ਖਲਦੀ ਨਹੀਂ? ਸਰ ਓਦਾਂ ਜਿੱਦਾਂ ਅਸੀਂ ਕੀ ਕਹਿ ਸਕਦੇ ਹਾਂ, ਜਦੋਂ ਅਸੀਂ ਕਾਲਜ 'ਚ ਗਏ, ਉੱਥੇ ਟੀਚਰਸ ਹੀ ਲੇਡੀਜ਼ ਇੰਨੀ ਵਧੀਆ ਅਧਿਆਪਿਕਾਵਾਂ ਸਾਡੀਆਂ ਬਹੁਤ ਵਧੀਆ ਸੀਗੀਆਂ। ਮਤਲਬ ਕਹਿ ਸਕਦੇ ਹਾਂ ਜਿੱਦਾਂ ਮੈਂ ਤੁਹਾਨੂੰ ਕਿਹਾ ਕਿ ਪ੍ਰਿੰਸੀਪਲ ਆਤਿਮਾ ਸ਼ਰਮਾ ਮੈਮ ਬਹੁਤ ਵਧੀਆ ਨੇਚਰ ਦੇ ਸੀਗੇ ਉਹ। ਹੁਣ ਅਸੀਂ ਇਹ ਨਹੀਂ ਕਿ ਤੁਸੀਂ ਸਟੂਡੈਂਟ ਹੋ ਤਾਂ ਸਾਡੇ ਤੋਂ ਦੂਰ ਰਹੋ, ਸਾਨੂੰ ਸਾਡੇ ਨੇੜੇ ਤੇੜੇ ਨਹੀਂ ਆਉਣਾ, ਤੁਸੀਂ ਸਾਨੂੰ ਕੁਛ ਨਹੀਂ ਕਹਿਣਾ ਜੇ, ਏਦਾਂ ਦੀਆਂ ਗੱਲਾਂ ਨਹੀਂ ਸੀ। ਕਾਉਂਸਲਿੰਗ ਹੁੰਦੀਆਂ ਨੇ ਬੱਚਿਆਂ ਦੀ, ਤੁਹਾਨੂੰ ਪਤਾ ਹੀ ਆ। ਜੇ ਮੇਰੇ ਫਾਦਰ ਸਾਹਿਬ, ਉਹਨਾਂ ਨੇ ਮੈਨੂੰ ਕਦੇ ਵੀ ਕੋਈ ਕਮੀ ਮਹਿਸੂਸ ਨਹੀਂ ਹੋਣ ਦਿੱਤੀ ਮਾਂ ਦੀ। ਜਿੱਦਾਂ ਕਿ ਘਰੇ ਮੈਂ ਜਾਂਦੀ ਹਾਂ ਤਾਂ ਮੇਰੇ ਡੈਡੀ ਕਹਿੰਦੇ ਆ ਕਿ ਨਾ ਪੁੱਤ ਤੂੰ ਰੋਟੀ ਬਣਾ, ਮੈਂ ਸਬਜ਼ੀ ਬਣਾਉਂਗਾ, ਕੋਈ ਗੱਲ ਨਹੀਂ, ਤੂੰ ਜ਼ਿਆਦਾ ਔਖਾ ਸੌਖਾ ਨਾ ਹੋ, ਕੋਈ ਗੱਲ ਨਹੀਂ, ਮੈਂ ਵੀ ਤੇਰੇ ਨਾਲ ਕੰਮ ਕਰੂੰਗਾ। ਏਦਾਂ ਦੀਆਂ ਮਤਲਬ ਫੀਲਿੰਗ ਡੈਡ ਨੂੰ ਹੁੰਦੀ ਹੈ। ਤਾਂ ਮੈਂ ਫਿਰ ਮੈਂ ਨਹੀਂ ਕਹਿ ਸਕਦੀ ਕਿ ਮੈਨੂੰ ਮਾਂ ਦੀ ਕਮੀ ਕਦੇ ਫੀਲ ਹੋਈ ਹੈ। ਮੇਰੇ ਦੋਵੇਂ ਭਰਾ ਵੱਡੇ ਮੇਰੇ ਬਹੁਤ ਵਧੀਆ ਸਪੋਰਟਿਵ ਹੈ। ਤੇ ਤੁਹਾਡੇ ਪਿਤਾ ਜੀ ਕੀ ਕੰਮ ਕਰਦੇ ਨੇ? ਐਕਚੁਅਲੀ
ਡੇਲੀ ਵੇਜਰ ਬੋਲ ਸਕਦੇ ਹੋ ਉਹਨਾਂ ਨੂੰ, ਦਿਹਾੜੀ ਮਜ਼ਦੂਰੀ ਕਰਦੇ ਸੀਗੇ ਪਹਿਲਾਂ। ਉੱਦਾਂ ਮੇਰੇ ਫਾਦਰ ਸਾਹਿਬ ਹੁਣ ਏਜਡ ਨੇ, ਤਾਂ ਮੇਰੇ ਤਿੰਨ ਭਰਾ ਨੇ, ਉਹ ਘਰ ਦਾ ਖਰਚਾ ਉਠਾਉਂਦੇ ਨੇ, ਤੇ ਮੇਰੇ ਡੈਡੀ ਹੁਣ ਘਰੇ ਰਹਿੰਦੇ ਆ। ਉਹ ਥੋੜਾ ਫਿਜ਼ੀਕਲੀ ਵੀਕ ਨੇ, ਹੁਣ ਪੈਰਾਲਾਈਜ਼ ਅਟੈਕ ਪਿਆ ਸੀਗਾ, ਬਟ ਹਾਂਜੀ। ਹੁਣ ਰਿਕਵਰੀ 'ਚ ਹੈ। ਅੱਛਾ, ਤੇ ਹੁਣ ਅਗਲਾ ਟਾਰਗੇਟ ਕੀ ਹੈ ਹੀਰਾ? ਸਰ ਅਗਲਾ ਟਾਰਗੇਟ ਤਾਂ ਇਹ ਹੈ ਕਿ ਅਸੀਂ ਇੰਨੇ ਸਾਰੇ ਮੈਡਲ ਜਿੱਤੂ ਨੇ। ਮੈਨੂੰ ਇਹ ਹੈ ਕਿ ਜਿੱਦਾਂ ਸਾਡੇ ਜੋਬ ਵੈਕੈਂਸੀਆਂ ਆਉਂਦੀਆਂ, ਮੈਂ ਮਾਨ ਸਰ ਸਾਹਿਬ ਨੂੰ ਵੀ ਕਿਹਾ ਸੀਗਾ ਕਿ ਸਾਡੇ ਜੋਬ ਬਾਰੇ ਕੁਝ ਕਰੋ ਸਰ, ਤੇ ਕਹਿੰਦੇ ਹੁਣ ਪ੍ਰੋਸੈਸ ਚੱਲਦਾ ਪਿਆ। ਜਿੱਦਾਂ ਉਹਨਾਂ ਨੇ ਵਜੀਫਾ ਸਕੀਮ ਲਾਈ ਹੈ, ਉੱਦਾਂ ਹੀ ਜੇ ਉਹ ਸਾਡੇ ਲਈ ਸੋਚਣ ਤੇ ਜੋਬ ਲਈ ਵੀ ਸਾਨੂੰ ਓਪਰਚੁਨਿਟੀਜ਼ ਦੇਣ, ਤਾਂ ਜਿੱਦਾਂ ਸੌਫਟਬਾਲ ਗੇਮ ਹੈ ਡਿਪਾਰਟਮੈਂਟ 'ਚ ਨਹੀਂ ਹੈਗੀ, ਮੈਂ ਇਹਨੂੰ ਜਿੱਦਾਂ ਨੈਸ਼ਨਲ ਗੇਮਸ 'ਚ ਫਸਟ ਟਾਈਮ ਇੰਕਲੂਡ ਹੋਈ ਸੀਗੀ। ਮੈਂ ਚਾਹੁੰਦੀ ਹਾਂ ਕਿ ਸੌਫਟਬਾਲ ਗੇਮ ਜਿਹੜੀ ਆ ਉਹ ਮੀਨਸ ਉਹ ਨਿਕਲੇ ਨਾ, ਬਲਕਿ ਵੱਧ ਚੜ ਕੇ ਬੱਚੇ ਇਹਦੇ ਵਿੱਚ ਭਾਗ ਲੈਣ, ਜੇ ਇਹ ਕੰਟੀਨਿਊਟੀ ਵਿੱਚ ਰਹੂਗੀ ਉਹਦੇ ਵਿੱਚ। ਇਹੀ ਗੱਲ ਬਹੁਤ ਜ਼ਰੂਰੀ ਹੈ ਸਾਡੇ ਲਈ। ਜਿੱਦਾਂ ਸਾਨੂੰ ਜੋਬ ਵੀ ਪ੍ਰੋਵਾਈਡ ਹੋਣ ਗੇਮ ਦੇ ਨਾਲ ਨਾਲ, ਡਿਪਾਰਟਮੈਂਟ 'ਚ ਆ ਜਾਏਗੀ ਤੇ ਅਸੀਂ ਗੇਮ ਨੂੰ ਛੱਡਣ ਬਾਰੇ ਨਹੀਂ ਸੋਚਾਂਗੇ। ਸਰ ਕਹਿੰਦੇ ਕਿ ਤੁਸੀਂ ਜੋਬ ਬਾਰੇ ਸੋਚਦੇ ਹੋ ਸਿਰਫ, ਤਾਂ ਹੀ ਤੁਸੀਂ ਗੇਮ ਕਰਦੇ ਹੋ, ਤਾਂ ਹੀ ਤੁਹਾਨੂੰ ਸਿਰਫ ਇੱਕ ਟਾਰਗੇਟ ਰਹਿੰਦਾ ਹੈ। ਜੋਬ ਕਰਨ ਤੋਂ ਬਾਅਦ ਤੁਸੀਂ ਫਿਰ ਭੁੱਲ ਜਾਂਦੇ ਹੋ। ਉਹ ਵੀ ਆਪਣੀ ਹੂੰ। ਗੱਲ ਤੇ ਸੱਚੇ ਸੀਗੇ, ਕਿਉਂਕਿ ਕਾਫੀ ਬੱਚਿਆਂ ਦਾ ਟਾਰਗੇਟ ਹੀ ਇਹ ਹੁੰਦਾ ਹੈ ਕਿ ਸਾਨੂੰ ਜੋਬ ਚਾਹੀਦੀ ਹੈ, ਫਿਰ ਗੇਮ ਨੂੰ ਭੁੱਲੇ ਜਾਂਦੇ ਆ ਕਿ ਵੀ ਹਾਂ ਬੈਨੀਫਿਟ ਲੈ ਲਿਆ, ਤੇ ਫਿਰ ਹੁਣ ਸਰਕਾਰ ਕਿਹੜੀ ਤੇ ਪੰਜਾਬ ਕਿਹੜਾ ਤੇ ਦੇਸ਼ ਕਿਹੜਾ, ਇਹ ਸੋਚਦੇ ਆ ਕਿ ਬਈ ਹਾਂ ਚਲੋ ਜੋਬ ਮਿਲ ਗਈ, ਹੁਣ ਸਾਨੂੰ ਕੀ ਆ, ਹੁਣ ਆਪਣਾ ਕੰਮ ਬਣਤਾ, ਭਾੜ में जाए जनता। that kind ਹੂੰ। of things are available in their minds, so that is very wrong। actually mindset clear ਹੋਣਾ ਚਾਹੀਦਾ ਹੈ ਕਿ ਅਸੀਂ ਸਾਨੂੰ ਜੋਬ ਵੀ ਮਿਲ ਗਈ, ਤਾਂ ਸਰਕਾਰ ਨੇ ਸਾਨੂੰ ਇੰਨਾ ਕੁਝ ਦਿੱਤਾ ਹੈ, ਤਾਂ ਅਸੀਂ ਕੰਟੀਨਿਊਟੀ ਕਰਾਂਗੇ, ਅਸੀਂ ਗੇਮ ਖੇਡਾਂਗੇ ਤੇ ਮੈਡਲ ਜਿੱਤੂ ਬਣਾਂਗੇ। ਸੀਰੀਅਸਲੀ ਹੂੰ। ਸਰ। ਨਹੀਂ ਤਾਂ ਹੀਰਾ, ਤੁਹਾਡਾ ਨਵਾਂ ਤੇ ਅਗਲਾ ਟਾਰਗੇਟ ਗੇਮਸ 'ਚ ਕੀ ਹੋਏਗਾ? ਤੁਸੀਂ ਮੈਨੂੰ ਸੌਰੀ ਸਰ, ਇਹ ਤੁਸੀਂ ਮੈਨੂੰ ਪੁੱਛਿਆ, ਜਿੱਦਾਂ ਮੈਂ ਸਰ ਐਕਚੁਅਲੀ ਫਿਜ਼ੀਕਲ ਐਜੂਕੇਸ਼ਨ ਸਟੂਡੈਂਟ ਹਾਂ, ਜਿੱਦਾਂ ਮੈਂ ਹੂੰ। ਮਾਸਟਰਸ ਕਰ ਰਹੀ ਹਾਂ ਹਲੇ। ਮੈਨੂੰ ਇਹ ਹੈ ਕਿ ਡਿਪਾਰਟਮੈਂਟ 'ਚ ਜੈਸੇ ਜਿੱਦਾਂ ਪੀਐਸ ਟੈਟ ਹੁਣ ਐਲੀਜੀਬਿਲਿਟੀ ਟੈਸਟ ਰੱਖਿਆ ਹੋਇਆ ਹੈ ਸਾਡੇ ਲਈ ਵੀ, ਪੜ੍ਹਨਾ ਤੇ ਖੇਡਣਾ ਦੋਵੇਂ ਚੀਜ਼ਾਂ ਨਾਲ ਨਾਲ ਲੈ ਕੇ ਹੁਣ ਔਖਾ ਤਾਂ ਹੋ ਹੀ ਜਾਂਦਾ ਹੈ, ਬਟ ਫਿਰ ਵੀ ਅਸੀਂ ਕੰਟੀਨਿਊਟੀ ਵਿੱਚ ਮਾਸਟਰਸ ਤੱਕ ਪਹੁੰਚ ਚੁੱਕੇ ਹਾਂ। ਤੇ ਮੈਨੂੰ ਉਮੀਦ ਆ ਕਿ ਜਿੱਦਾਂ ਮੈਂ ਪੜ੍ਹਦੀ ਪਈ ਹਾਂ, ਨਾਲੇ ਮੈਂ ਟੀਚਿੰਗ ਫੀਲਡ 'ਚ ਅੱਗੇ ਜਾਣਾ ਚਾਹੁੰਦੀ ਹਾਂ। ਉੱਦਾਂ ਤਾਂ ਟੀਚਿੰਗ ਫੀਲਡ 'ਚ ਮੇਰੀ ਕੋਈ, ਮੈਂ ਪੀਐਸ ਟੈਟ ਕਰਕੇ ਜਾਂ ਯੂਜੀਸੀ ਨੈਟ ਵਗੈਰਾ ਕਲੀਅਰ ਕਰਕੇ ਅਸਿਸਟੈਂਟ ਪ੍ਰੋਫੈਸਰ ਲੈਵਲ ਰੈਂਕ ਕਲੀਅਰ ਕਰਕੇ, ਨਾਲੇ ਮੈਂ ਜੋਬ ਪ੍ਰਾਈਵੇਟ ਸੈਕਟਰ ਤੇ, ਨਾਲੇ ਜੋਬ ਮੈਂ ਗਵਰਨਮੈਂਟ ਸੈਕਟਰ ਤੇ ਟਰਾਈ ਕਰੂੰਗੀ। ਹੁਣ ਮੇਰੇ ਟੀਚਿੰਗ ਫੀਲਡ 'ਚ ਅਗਰ ਜੇ ਜੋਬ ਲੱਗ ਗਈ ਤਾਂ ਬਹੁਤ ਵਧੀਆ ਗੱਲ ਆ, ਨਹੀਂ ਤਾਂ ਫਿਰ ਮੈਂ ਸਿਵਲ ਸਰਵਿਸਿਜ਼ ਦਾ ਪਹਿਲਾਂ ਤਾਂ ਮੇਰਾ ਸੁਪਨਾ ਸੀਗਾ, ਬਟ ਫਿਰ ਮੈਂ ਨਾਲੇ ਗੇਮ ਨੂੰ ਜ਼ਿਆਦਾ ਪ੍ਰੈਫਰੈਂਸ ਦਿੱਤੀ, ਤਾਂ ਫਿਰ ਜੇ ਗੇਮ ਦੇ ਨਾਲ ਫਿਰ ਹੁਣ ਜੋਬਾਂ ਦੀ ਤਿਆਰੀਆਂ ਨਹੀਂ ਹੋ ਪਾਈਆਂ। ਫਿਰ ਨਾਲੇ ਹੂੰ। ਮੈਂ ਸੋਚਦੀ ਹਾਂ ਕਿ ਮੈਂ ਐਨਆਈਐਸ ਕਰਕੇ ਕੋਚਿੰਗ ਦੇਵਾਂ, ਜਿੱਦਾਂ ਕਿ ਐਸਐਸ ਨਗਰ ਦੀ ਟੀਮ ਸੌਫਟਬਾਲ ਦੀ ਜ਼ਿਆਦਾ ਇੰਕਰੀਜ਼ ਕਰਾਂ, ਗਰਲਸ ਨੂੰ ਪ੍ਰੇਰਿਤ ਕਰਾਂ ਕਿ ਉਹ ਇਸ ਗੇਮ ਨੂੰ ਵੀ ਜਾਣਨ, ਤੇ ਇਸੇ ਗੇਮ ਨੂੰ ਨਹੀਂ ਅਦਰ ਗੇਮਸ ਨੂੰ ਵੀ ਜਾਣਨ। ਜੇ ਗੇਮਾਂ ਵਿੱਚ ਉਹਨਾਂ ਦਾ ਰੁਝਾਨ ਹੋਊਗਾ, ਤਾਂ ਹੀ ਤਾਂ ਉਹ ਮੈਂਟਲੀ, ਸੋਸ਼ਲੀ, ਇਮੋਸ਼ਨਲੀ ਆਲ ਓਵਰ ਡਿਵੈਲਪਮੈਂਟ ਹੋ ਪਾਊਗੀ ਉਹਨਾਂ ਦੀ। ਤਾਂ ਇਹੀ ਮਕਸਦ ਹੈ ਮੇਰਾ ਕਿ ਮੈਂ ਐਨਆਈਐਸ ਵੀ ਕਰਾਂ, ਨਾਲੇ ਇੱਕ ਵੱਖਰੀ ਡਿਗਰੀ ਪ੍ਰਾਈਵੇਟ ਸੈਕਟਰ 'ਚ, ਮੈਂ ਜੇ ਗਵਰਨਮੈਂਟ ਫੀਲਡ 'ਚ ਹੋ ਗਈ, ਪ੍ਰਾਈਵੇਟ ਸੈਕਟਰ 'ਚ ਮੈਂ ਕੋਚਿੰਗ ਵੀ ਦੇਵਾਂ, ਨਾਲੇ ਮੈਂ ਫੀਸ ਨਾ ਲਵਾਂ। ਅਗੇ if I had government job, then it's very easy for me to handle ਅੱਛਾ, every ਤੇ situation। ਇਹ ਹੀਰਾ ਦਾ ਸ਼ਡਿਊਲ ਕੀ ਰਹਿੰਦਾ ਸਵੇਰ ਤੋਂ ਸ਼ਾਮ ਤੱਕ? ਪੜ੍ਹਾਈ ਵੀ ਕਰਨੀ ਆ ਤੇ ਗੇਮ ਵੀ ਖੇਡਣੀ ਆ? ਸਰ ਜਦੋਂ ਟੂਰਨਾਮੈਂਟ ਨੇੜੇ ਹੁੰਦੇ ਆ, ਤਾਂ ਫਿਰ 2 ਕਿ 3 ਟਾਈਮ ਪ੍ਰੈਕਟਿਸ ਤਾਂ 2 ਤੱਕ ਕੰਪਲਸਰੀ ਹੈ ਸਾਡੇ ਲਈ। ਤੇ ਜਦੋਂ ਹੂੰ। ਟੂਰਨਾਮੈਂਟ ਨੇੜੇ ਹੁੰਦੇ ਆ, ਅਸੀਂ ਦੁਪਹਿਰੇ ਵੀ ਪ੍ਰੈਕਟਿਸ ਕਰਦੇ ਆ। ਉੱਦਾਂ ਅਸੀਂ ਕਹਿ ਸਕਦੇ ਹਾਂ ਸਵੇਰੇ 3 ਘੰਟੇ ਲਾ ਲਓ, ਸ਼ਾਮੀ 3 ਘੰਟੇ ਸ਼ਾਮੀ ਲਾ ਲਓ। ਫਿਰ ਦਿਨ ਹੂੰ। ਵਿੱਚ ਜੇ ਅਸੀਂ ਕਲਾਸਾਂ ਲਾਉਣੀਆਂ, ਤੇ ਫਿਰ ਤੁਹਾਨੂੰ ਪਤਾ ਹੀ ਹੈ ਪੂਰਾ ਸਕੇਡਿਊਲ ਬਿਜ਼ੀ ਹੁੰਦਾ ਹੈ। ਰਾਤੀ ਨਹਾ ਧੋ ਕੇ ਤੇ ਖਾਣਾ ਖਾ ਕੇ ਫਿਰ ਬਿਸਤਰ ਹੀ ਮਿਲ ਜਾਵੇ, ਸਾਨੂੰ ਏਦਾਂ ਦੀਆਂ ਫੀਲਿੰਗ ਹੁੰਦੀ ਹੈ ਕਦੇ ਕਦੇ। ਅੱਛਾ, ਤੇ ਚਲੋ ਹੀਰਾ, ਤੁਸੀਂ ਆਪਣੇ ਜਜ਼ਬਾਤ ਤੇ ਜ਼ਿੰਦਗੀ ਦੇ ਹੁਣ ਤੱਕ ਦਾ ਸਫ਼ਰ ਸਾਡੇ ਨਾਲ ਤੇ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਤੇ ਉਮੀਦ ਕਰਦੇ ਹਾਂ ਤੁਸੀਂ ਪੰਜਾਬ ਤੇ ਮੁਲਕ ਦੇ ਲਈ ਹੋਰ ਵੀ ਮੈਡਲ ਲੈ ਕੇ ਆਓ ਤੇ ਜਿੱਤੋ ਤੇ ਅੱਗੇ ਵਧੋ, ਤੇ ਜਿਹੜਾ ਤੁਹਾਡਾ ਨਾਂ ਉਸੇ ਨਾਂ ਵਾਂਗ ਸੀ, ਆਪਣੇ ਨਾਂ ਦੇ ਨਾਲ ਆਪਣੀ ਸ਼ਖਸੀਅਤ ਦੀ ਵੀ ਪੂਰੀ ਚਮਕ ਬਣਾਓ। ਤੇ ਸਾਡੇ ਵੱਲ ਨੂੰ ਵੀ ਆਉਂਦੇ ਭਵਿੱਖ ਲਈ ਤੁਹਾਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ, ਤੇ ਸਾਡੇ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ।
ਧੰਨਵਾਦ ਸਰ ਤੁਹਾਡਾ। ਮੈਨੂੰ ਇਹੀ ਉਮੀਦ ਹੈ, ਜਿੱਦਾਂ ਮੈਨੂੰ ਪੰਜਾਬ ਨੇ ਮੌਕਾ ਦਿੱਤਾ, ਪੰਜਾਬ ਗਰਲਸ ਨੇ, ਪੰਜਾਬ ਸੀਨੀਅਰ ਗਰਲਸ ਨੇ, ਪੰਜਾਬ ਦੇ ਕੋਚ ਇੰਦਰਵੀਰ ਸਰ ਨੇ ਮੈਨੂੰ ਅੰਦਰ ਖੇਡਣ ਦਾ ਮੌਕਾ ਦਿੱਤਾ, ਤੇ ਮੈਂ ਅੱਗੇ ਵੀ ਜੇ ਮੈਨੂੰ ਮੌਕਾ ਦਿੱਤਾ ਜਾਵੇਗਾ ਤੇ ਮੈਂ ਬਹੁਤ ਵਧੀਆ ਪਰਫਾਰਮੈਂਸ ਦੇਣ ਦੀ ਪੂਰੀ ਕੋਸ਼ਿਸ਼ ਕਰੂੰਗੀ ਤੇ ਪੰਜਾਬ ਲਈ ਤੇ ਦੇਸ਼ ਦਾ ਨਾਂ ਰੋਸ਼ਨ ਕਰਨ ਦੀ ਪੂਰੀ ਕੋਸ਼ਿਸ਼ ਕਰੂੰਗੀ ਸਰ। ਚਲੋ, ਥੈਂਕ ਯੂ ਜੀ। ਥੈਂਕ ਯੂ ਸੋ ਮਚ ਸਰ।